ਲਓ ਜੀ, ਅਮਰੀਕਾ ਤੋਂ ਦੀ ਬਹੁਤ ਹੀ ਚੰਗੀ ਤੇ ਵੱਡੀ ਖਬਰ। ਅਮਰੀਕਾ ਦੇ ਵਿੱਚ ਟਰੰਪ ਦੀ ਸਰਕਾਰ ਨੇ ਜਿਹੜੀ ਟਰੱਕ ਡਰਾਈਵਰਾਂ ਤੇ ਐਮਰਜੈਂਸੀ ਲਾਈ ਸੀ, ਕੱਚੇ ਟਰੱਕ ਡਰਾਈਵਰਾਂ ਨੂੰ ਟਰੱਕ ਦੇ ਲਾਇਸੈਂਸ ਨਹੀਂ ਦੇਣੇ। 2 ਲੱਖ ਟਰੱਕ ਡਰਾਈਵਰਾਂ ਨੂੰ ਭਾਈ ਸਤੰਬਰ 'ਚ ਐਮਰਜੈਂਸੀ ਲਾ ਕੇ ਕਹਿ ਦਿੱਤਾ ਸੀ ਕਿ ਅਸੀਂ ਸੜਕਾਂ ਤੋਂ ਉਤਾਰ ਦੇਣਾ ਵਾ, ਜਿਨ੍ਹਾਂ ਦੇ ਕੋਲੇ ਲਾਇਸੈਂਸ ਆਲਰੇਡੀ ਹੈਗੇ, ਟਰੱਕ ਚਲਾਈ ਜਾਂਦੇ ਲੋਕੀ, ਪਰ ਅਮਰੀਕਨ ਨਹੀਂ ਹੈਗੇ, ਅਮਰੀਕਾ ਦਾ ਪਾਸਪੋਰਟ ਜਿਹੜੇ ਲੋਕਾਂ ਦੇ ਕੋਲੇ ਨਹੀਂ ਹੈਗਾ, ਵਰਕ ਪਰਮਿਟ ਨੇ, ਉਹ ਸਾਰੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਅਸੀਂ ਭਾਈ ਡੀਗ੍ਰੇਡ ਕਰਨੇ ਆ। ਉਹਨਾਂ ਨੂੰ ਟਰੱਕ ਦੇ ਲਾਇਸੈਂਸ ਤੋਂ ਗੱਡੀ ਦੇ ਲਾਇਸੈਂਸ ਤੇ ਲੈ ਕੇ ਆਉਣਾ ਵਾ। ਜੋ ਟਰੰਪ ਦੀ ਸਰਕਾਰ ਨੇ ਐਮਰਜੈਂਸੀ ਲਾਈ ਸੀ, ਜਿਹੜਾ ਮਿਨਿਸਟਰ ਹੈਗਾ ਸ਼ੌਨ ਪੀ ਡਫੀ, ਆਹ ਟਰਾਂਸਪੋਰਟੇਸ਼ਨ ਦਾ ਮਿਨਿਸਟਰ ਨੇ ਲਾਤੀ ਸੀ। ਸੋ ਸ਼ੁਰੂਆਤ ਕਿੱਥੋਂ ਹੋਈ? ਸਤੰਬਰ 'ਚ, ਜਦੋਂ ਪਿੱਛੇ 1-2 ਐਕਸੀਡੈਂਟ ਹੋਏ, ਹਾਈਲਾਈਟ ਹੋਏ ਅਮਰੀਕਾ ਦੇ ਵਿੱਚ, ਤਾਂ ਇਹਨਾਂ ਨੇ ਅਮਰੀਕਨ ਲੋਕਾਂ ਨੂੰ ਕਿਹਾ ਕਿ ਅਸੀਂ ਅਮਰੀਕਾ ਦੇ ਰੋਡ ਸੇਫ ਕਰਨ ਲਈ ਐਮਰਜੈਂਸੀ ਐਕਸ਼ਨ ਲੈ ਰਹੇ ਹਾਂ, ਅਤੇ ਅਮਰੀਕਾ ਦੇ ਰੋਡਾਂ ਨੂੰ ਸੁਰੱਖਿਅਤ ਬਣਾਉਣ ਲਈ ਐਡਾ ਵੱਡਾ ਰੂਲ ਲਾਤਾ ਕਿ ਹਾਂਜੀ ਕੱਚੇ ਲੋਕਾਂ ਨੂੰ ਟਰੱਕ ਦਾ ਲਾਇਸੈਂਸ ਮਿਲਣਾ ਹੀ ਨਹੀਂ। ਅਮਰੀਕਾ ਦੀਆਂ 50 ਸਟੇਟਾਂ ਦੇ ਵਿੱਚ ਨਾ ਹੀ ਟਰੱਕ ਦੇ ਲਾਇਸੈਂਸ ਮਿਲਣੇ ਆ, ਅਤੇ ਨਾ ਹੀ ਉਹ ਬੰਦੇ ਅਮਰੀਕਾ ਦੇ ਵਿੱਚ ਟਰੱਕ ਦੇ ਲਾਇਸੈਂਸ ਜਿਨ੍ਹਾਂ ਦੇ ਕੋਲ ਹੈਗੇ ਉਹ ਰੀਨਿਊ ਕਰਵਾ ਸਕਣਗੇ। ਠੀਕ ਆ। ਸੋ ਸਤੰਬਰ 26 ਨੂੰ ਸ਼ੌਨ ਪੀ ਡਫੀ ਨੇ ਅਨਾਊਂਸਮੈਂਟ ਕੀਤੀ ਸੀ, ਸੁਣੋ। So in plain English, this is a license to operate a massive 80,000-pound truck that's being issued to foreign drivers who are not U.S. citizens or lawful permanent residents. It has become a threat to public safety, and it is a national emergency that requires action right now. ਠੀਕ ਹੈ। ਸੋ ਆਹ ਅਨਾਊਂਸਮੈਂਟ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿਰਫ ਟਰੱਕ ਦੇ ਲਾਇਸੈਂਸ ਦੇਵਾਂਗੇ ਜਿਨ੍ਹਾਂ ਦੇ ਕੋਲ H2A ਵੀਜ਼ਾ ਹੈਗਾ, ਜਿਨ੍ਹਾਂ ਦੇ ਕੋਲ H2B ਵੀਜ਼ਾ ਹੈਗਾ, ਜਾਂ ਫਿਰ ਜਿਨ੍ਹਾਂ ਦੇ ਕੋਲ E2 ਵੀਜ਼ਾ ਹੈਗਾ। ਠੀਕ ਹੈ। ਅਤੇ ਸਰਕਾਰ ਦਾ ਮੇਨ ਗੋਲ ਸੀ ਐਕਸ਼ਨ ਦੇ ਨਾਲ 2 ਲੱਖ ਕਰੰਟ ਨੌਨ ਡੋਮਿਸਾਈਲ ਹੁੰਦੇ ਜਿਹੜੇ ਲੋਕ ਕੱਚੇ ਹੁੰਦੇ ਆ, ਉਹਨੂੰ ਨੌਨ ਡੋਮਿਸਾਈਲ ਕਿਹਾ ਜਾਂਦਾ, ਉਹਨਾਂ ਨੂੰ ਕਮਰਸ਼ੀਅਲ ਟਰੱਕ ਡਰਾਈਵਰ ਦੇ ਲਾਇਸੈਂਸ ਨਹੀਂ ਦੇਣੇ, ਰੀਨਿਊ ਵੀ ਨਹੀਂ ਕਰਨੇ। ਬਟ ਫਿਰ ਲੋਕਾਂ ਨੇ, ਯੂਨੀਅਨਾਂ ਨੇ ਰਲ ਕੇ ਕੋਰਟ ਦੇ ਵਿੱਚ ਲੈ ਕੇ ਗਏ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਅਤੇ FCMSA ਨੂੰ, FMCSA ਨੂੰ, ਅਤੇ ਕਿਹਾ ਕਿ ਆਹ ਚੀਜ਼ ਗਲਤ ਹੈ, ਤੁਸੀਂ ਐਮਰਜੈਂਸੀ ਲਾਤੀ ਪਰ ਆਹ ਕੋਈ ਸੈਂਸ ਨਹੀਂ ਬਣਦੀ ਸੀ। ਕੋਰਟ ਦੇ ਕੋਈ ਵੀ ਰੂਲਸ ਫੋਲੋ ਨਹੀਂ ਕੀਤੇ, ਰੂਲ ਬਣਾਉਣ ਵਾਲਾ ਕੋਈ ਵੀ ਰੂਲ ਫੋਲੋ ਨਹੀਂ ਕੀਤਾ, ਤੁਸੀਂ ਧੱਕੇ ਨਾਲ ਐਮਰਜੈਂਸੀ ਲਈ ਆ। ਅਤੇ ਕੋਰਟ ਨੇ ਕੀ ਕਿਹਾ ਕਿ ਅਸੀਂ ਆਹ ਰੂਲ ਦੇ ਉੱਤੇ ਸਟਾਪ ਲਾ ਰਹੇ ਹਾਂ। ਹੁਣ ਕੱਚੇ ਟਰੱਕ ਡਰਾਈਵਰਾਂ ਨੂੰ ਲਾਇਸੈਂਸ ਮਿਲਣਗੇ ਵੀ, ਰੀਨਿਊ ਵੀ ਹੋਣਗੇ। ਜਿਹੜੀ ਇਹਨਾਂ ਨੇ ਐਮਰਜੈਂਸੀ ਲਾਈ ਸੀ ਸਤੰਬਰ ਦੇ ਮਹੀਨੇ 'ਚ, ਉਹ ਹਟਾਤੀ ਹੈ। ਬਹੁਤ ਚੰਗੀ ਗੱਲ ਕੀਤੀ ਉਹਨਾਂ ਨੇ। ਸੋ US ਫੈਡਰਲ ਕੋਰਟ ਅਪੀਲ ਔਨ ਨਵੰਬਰ 10 ਆਰਡਰਡ ਦੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਟੂ ਪੌਜ਼ ਦੀ ਇਨਫੋਰਸਮੈਂਟ ਆਫ ਐਮਰਜੈਂਸੀ ਫਾਈਨਲ ਰੂਲ। ਸੋ ਐਮਰਜੈਂਸੀ ਫਾਈਨਲ ਰੂਲ ਆਇਆ ਸੀ ਰਿਸਟ੍ਰਿਕਟਿੰਗ ਦੀ ਐਬਿਲਿਟੀ ਆਫ ਨਾਨ ਸਿਟੀਜ਼ਨਸ ਟੂ ਓਬਟੇਨ ਏ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ। ਸੋ ਟਰੰਪ ਦੀ ਸਰਕਾਰ ਨੇ ਜਿਹੜੀ ਪਾਬੰਦੀ ਲਾਤੀ ਸੀ ਕਿ ਟਰੱਕ ਦੇ ਲਾਇਸੈਂਸ ਨਹੀਂ ਮਿਲਣੇ ਕੱਚੇ ਲੋਕਾਂ ਨੂੰ, ਕੋਰਟ ਜੱਜ ਕਹਿੰਦਾ ਵੀ ਹਾਂਜੀ ਅਸੀਂ ਤੁਹਾਡੇ ਨਾਲ ਐਗਰੀ ਹਾਂ, ਬਟ ਸਾਨੂੰ ਥੋੜ੍ਹਾ ਹੋਰ ਸਮਾਂ ਚਾਹੀਦਾ। ਦ ਪਰਪਸ ਆਫ ਦਿਸ ਐਡਮਿਨਿਸਟ੍ਰੇਸ਼ਨ ਇਜ਼ ਟੂ ਸਟੇ ਐਡਮਿਨਿਸਟ੍ਰੇਟਿਵ ਸਟੇ, ਕੋਰਟ ਨੇ ਸਟੇ ਲਾਈ ਹੈ, ਇਹਦੇ ਉੱਤੇ ਪੌਜ਼ ਲਾਇਆ। ਕਹਿੰਦੇ ਟੂ ਗਿਵ ਕੋਰਟ ਇਨਫ ਟਾਈਮ ਸਫੀਸ਼ੀਐਂਟ ਓਪਰਚੁਨਿਟੀ ਟੂ ਕੰਸੀਡਰ ਦਾ ਐਮਰਜੈਂਸੀ ਮੋਸ਼ਨ। ਸੋ ਕੋਰਟ ਨੂੰ ਟਾਈਮ ਚਾਹੀਦਾ ਆਹ ਚੀਜ਼ ਨੂੰ ਕੰਸੀਡਰ ਕਰਨ ਲਈ ਕਿ ਐਮਰਜੈਂਸੀ ਮੋਸ਼ਨ ਕੀ ਸਹੀ ਹੈ, ਨਹੀਂ ਹੈ, ਕਿਉਂ ਸਹੀ ਨਹੀਂ ਹੈ, ਕਿਵੇਂ ਸਰਕਾਰ ਨੇ ਧੱਕਾ ਕੀਤਾ, ਕਿਵੇਂ ਕੋਰਟ ਆ ਚੀਜ਼ ਨੂੰ ਸਹੀ ਜੱਜਮੈਂਟ ਕਰ ਸਕਦੀ ਹੈ ਇਹਦੇ 'ਤੇ। ਤਾਂ ਕਰਕੇ ਫੋਰ ਏ ਸਟੇ ਪੈਂਡਿੰਗ ਰਿਵਿਊ। ਸੋ ਰਿਵਿਊ ਹੋਣਾ ਇਹਦੇ ਚੰਗੀ ਤਰ੍ਹਾਂ, and should not be constructed in any way as a ruling on the merit of the motions. So the US Court of District of Columbia wrote in its decision a rule announced by DOT Sean Duffy in late September. So आज ये announce की थी Sean Duffy ने late September 26 September only allow non-citizen driver with H2A, H2B or E2 visa to receive a CDL. ਠੀਕ ਹੈ। ਸੋ ਜਿਨ੍ਹਾਂ ਦੇ ਕੋਲ H2A, H2B ਜਾਂ E2 ਵੀਜ਼ਾ ਸੀ, ਇਕੱਲੇ ਉਹਨਾਂ ਨੂੰ ਕਿਹਾ ਸੀ ਕਿ ਕਮਰਸ਼ੀਅਲ ਡਰਾਈਵਰ ਲਾਇਸੈਂਸ ਮਿਲੂਗਾ। ਇਟ ਆਲਸੋ ਮੈਂਡੇਟਡ that additional steps states must take when issuing these credentials, and the Federal Motor FMCSA, Federal Motor Carrier Safety Administrative estimated 2 ਲੱਖ ਕੱਚੇ ਬੰਦੇ ਸੀ ਜਿਨ੍ਹਾਂ ਦੇ ਕੋਲ ਟਰੱਕ ਦਾ ਲਾਇਸੈਂਸ ਸੀ। ਸੋ ਸਰਕਾਰ ਨੇ ਸਾਰਿਆਂ ਦੀ ਰੋਜੀ ਰੋਟੀ ਦਾ ਲੱਤ ਮਾਰਨੀ ਸੀ, ਬਟ ਜਦੋਂ ਲੋਕੀ ਇਕੱਠੇ ਹੋਏ ਕੋਰਟ ਦੇ ਵਿੱਚ ਲੈ ਕੇ ਗਏ, ਸੂਹ ਕੀਤਾ ਸਰਕਾਰ ਨੂੰ, ਹੋ ਗਏ ਨਾ ਫੈਸਲੇ ਪੌਜ਼। ਸੈਵਰਲ ਵੀਕਸ ਲੇਟਰ, ਸੋ ਜਦੋਂ ਅੱਜ ਹੀ ਅਨਾਊਂਸ ਕਰਤੀ ਸੀ ਸਤੰਬਰ 'ਚ, ਸੈਵਰਲ ਵੀਕਸ ਲੇਟਰ ਏ ਗਰੁੱਪ ਲੈਡ ਬਾਏ ਪਬਲਿਕ ਸਿਟੀਜ਼ਨ filed a lawsuit on behalf of truck driver George Rivian Lujan। ਸੋ ਆਹ ਬੰਦਾ ਪਲੱਸ ਇੱਕ ਆਹ ਟਰੱਕ ਡਰਾਈਵਰ ਆ, ਉਹਦੇ ਬਾਅਦ ਇਹਦੇ ਨਾਲ ਯੂਨੀਅਨ ਆਵਾ ਜਿਨ੍ਹਾਂ ਨੇ ਰਲ ਕੇ ਅਮਰੀਕਾ ਦੀ ਸਰਕਾਰ ਨੂੰ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ FMCSA ਨੂੰ ਸੂ ਕੀਤਾ, ਕਲੇਮ ਦੈਟ ਦ ਗਵਰਨਮੈਂਟ ਹੈਡ ਫੇਲਡ ਟੂ ਫੋਲੋ ਦੀ ਪ੍ਰੋਪਰ ਰੂਲ ਮੇਕਿੰਗ ਪ੍ਰੋਸੀਜਰ। ਸਰਕਾਰ ਨੇ ਕੋਈ ਵੀ ਰੂਲ ਬਣਾਉਣ ਵਾਲਾ ਪ੍ਰੋਸੀਜਰ, ਕੋਈ ਪ੍ਰੋਸੈਸ ਫੋਲੋ ਨਹੀਂ ਕੀਤਾ, ਸਿੱਧਾ ਐਮਰਜੈਂਸੀ ਲਾਤੀ। ਜਸਟ ਕੁਛ ਕਿ ਐਕਸੀਡੈਂਟਾਂ ਨੂੰ ਮੱਦੇ ਨਜ਼ਰ ਰੱਖਦੇ, ਬਿਕੋਜ਼ ਸ਼ੌਨ ਪੀ ਡਫੀ ਨੇ ਜਦੋਂ ਅਨਾਊਂਸਮੈਂਟ ਕੀਤੀ ਸੀ ਉਹਨੇ ਸਿਰਫ ਐਕਸੀਡੈਂਟ ਮੈਂਸ਼ਨ ਕੀਤੇ ਸੀ ਕਿ ਹਾਂਜੀ ਆਹ ਐਕਸੀਡੈਂਟ ਉਦੋਂ ਹੋਇਆ, ਉਦੋਂ ਹੋਇਆ, ਤਾਂ ਕਰਕੇ ਮੈਂ ਪਾਲਿਸੀ ਲਾਉਣੀ ਚਾਹੁੰਦਾ।
So the court statement did not mention when it could take further action. The case is Lujan versus FMCSA. So Lujan versus FMCSA. ਇਹਦੇ ਵਿੱਚ ਗੱਲ ਕੀਤੀ ਸਤੰਬਰ 29 2 ਲੱਖ ਡਰਾਈਵਰ। ਸੋ ਇਹਦੇ ਵਿੱਚ ਲੂਜਨ ਆ ਜਿਹੜਾ ਅਜ਼ਾਈਲਮ ਸੀਕਰ ਆ ਜਿਹੜੇ ਬੰਦੇ ਨੇ ਕੇਸ ਫਾਈਲ ਕੀਤਾ, ਪਲੱਸ ਉਹਦੇ ਨਾਲ ਹੋਰ ਹੈਗੀ ਆ ਅਮਰੀਕਨ ਫੈਡਰੇਸ਼ਨ ਆਫ ਸਟੇਟਸ ਹੈਗੀ ਆ, ਕਾਊਂਟੀ ਐਂਡ ਮਿਊਨਿਸਪਲ EMPLOYEES ਆ ਯੂਨੀਅਨ ਹੈਗੀ ਆ, ਤੇ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਆ 3 ਯੂਨੀਅਨ ਹੈਗੀਆਂ। ਤੇ ਪਬਲਿਕ ਸਿਟੀਜ਼ਨ ਫਾਈਲਡ ਅ ਪਟੀਸ਼ਨ ਦੈਟ ਦ ਡਿਸਟ੍ਰਿਕਟ ਕੋਰਟ circuit to challenge both the substance of the rule and FMCSA failure to follow the rule making procedure required by law on। so ਸਤੰਬਰ 26 ਨੂੰ ਇਹਨਾਂ ਨੇ ਕੀਤਾ ਸੀ ਫੈਸਲਾ ਅਨਾਉਂਸ ਆ ਰਿਹਾ, ਹਾਂ ਸਤੰਬਰ 29 ਨੂੰ, ਤੇ ਔਨ ਅਕਤੂਬਰ 24 ਨੂੰ ਇਹਨਾਂ ਨੇ ਭਾਈ ਕੇਸ ਫਾਈਲ ਕੀਤਾ and we filed an emergency motion to stay the rule with the legislation ongoing। so ਨਵੰਬਰ 10 ਨੂੰ ਸਟੇ ਲੱਗ ਗਈ। ਸੋ ਆ ਹੁੰਦਾ ਵਾ ਜਦੋਂ ਲੋਕੀ ਇਕੱਠੇ ਹੋ ਜਾਂਦੇ, ਜਦੋਂ ਯੂਨੀਅਨਾਂ ਇਕੱਠੀਆਂ ਹੋ ਜਾਂਦੀਆਂ ਤਾਂ ਸਰਕਾਰ ਤੱਕ ਦੇ ਫੈਸਲੇ ਹਿਲਾਏ ਜਾ ਸਕਦੇ ਆ, ਜੋ ਕਿ ਮੈਨੂੰ ਤਾਂ ਬਹੁਤ ਚੰਗੀ ਚੀਜ਼ ਲੱਗੀ। ਬਿਕੋਜ਼ ਟਰੰਪ ਦੀ ਸਰਕਾਰ ਸ਼ੁਰੂ ਤੋਂ ਹੀ ਧੱਕਾ ਜਿਹਾ ਕਰਦੀ ਹੈ ਕਿ ਕਦੇ ਆਹ ਵੀਜ਼ੇ ਬੰਦ ਕਰਤੇ, ਕਦੇ ਉਹ ਵੀਜ਼ੇ ਬੰਦ ਕਰਤੇ, ਕਦੇ ਐਂ ਕਰਤਾ, ਕਦੇ ਉਹ ਕਰਤਾ। ਹੁਣ ਜਦੋਂ 2 ਲੱਖ ਟਰੱਕ ਡਰਾਈਵਰਾਂ ਦੀ ਰੋਟੀ ਤੇ ਲੱਤ ਪੈ ਰਹੀ ਸੀ, ਲੋਕੀ ਇਕੱਠੇ ਹੋਏ, ਯੂਨੀਅਨਾਂ ਇਕੱਠੀਆਂ ਹੋਈਆਂ, ਕੇਸ ਫਾਈਲ ਕੀਤਾ, ਜੱਜ ਕਹਿੰਦਾ ਰੁਕ ਜਾਓ, ਆਹ ਰੂਲ ਨੂੰ ਹਜੇ ਰੋਕ ਦਿਓ, ਮੈਨੂੰ ਆ ਚੀਜ਼ ਨੂੰ ਪ੍ਰੋਪਰ ਰਿਵਿਊ ਕਰਨ ਦੀ ਲੋੜ ਆ। ਬਿਕੋਜ਼ ਸ਼ੌਨ ਡਫੀ ਸਾਹਿਬ ਹੋਰਾਂ ਨੇ ਆਹ ਚੀਜ਼ ਐਮਰਜੈਂਸੀ ਬਸ ਕਾਲੀ ਦੇ ਵਿੱਚ ਫੈਸਲਾ ਲਿਆ ਕਿ ਹਾਂਜੀ ਅਮਰੀਕਨ ਪ੍ਰੋਟੈਕਟਿੰਗ ਅਮਰੀਕਨ ਰੋਡ, ਅਮਰੀਕਾ ਦੀ ਸੜਕਾਂ ਨੂੰ ਬਚਾਉਣ ਲਈ, ਅਮਰੀਕਾ ਦੇ ਲੋਕਾਂ ਨੂੰ ਬਚਾਉਣ ਲਈ ਅਸੀਂ ਏਡਾ ਵੱਡਾ ਫੈਸਲਾ ਲੈ ਲਿਆ। ਤੇ ਹੁਣ ਟਰੰਪ ਤੇ ਆ ਖੁਸ਼ ਨਹੀਂ ਹੋਣਾ ਫੈਸਲੇ ਨਾਲ, ਬਟ ਕੋਰਟ ਸਹੀ ਫੈਸਲਾ ਲਊਗੀ ਆ ਸਾਨੂੰ ਉਮੀਦ ਆ। ਸੋ ਐਜ਼ ਆਫ ਨਾਓ ਜਿੰਨੇ ਵੀ ਕੱਚੇ ਬੰਦੇ ਅਮਰੀਕਾ ਦੇ ਵਿੱਚ, ਥੋੜੇ ਟਰੱਕ ਲਾਇਸੈਂਸ ਐਕਸਪਾਇਰ ਹੋਣ ਵਾਲੇ ਆ, ਤੁਸੀਂ ਨਵਾਂ ਟਰੱਕ ਦਾ ਲਾਇਸੈਂਸ ਬਣਾਉਣਾ, ਤੁਹਾਡੇ ਕੋਲ ਵਰਕ ਪਰਮਿਟ ਹੈਗਾ ਵਾ, ਤੁਸੀਂ ਬਣਵਾ ਸਕਦੇ ਹੋ ਬਿਨਾਂ ਕਿਸੇ ਦਿੱਕਤ ਪਰੇਸ਼ਾਨੀ ਤੋਂ। ਬਹੁਤ ਹੀ ਚੰਗੀ ਖਬਰ ਆ। ਸਾਰੇ ਪਰਮਾਤਮਾ ਕਰੇ ਸਾਰੇ ਟਰੱਕ ਡਰਾਈਵਰ ਸੜਕਾਂ 'ਤੇ ਸੇਫ ਰਹਿਣ, ਸੁਰੱਖਿਅਤ ਰਹਿਣ। ਤੇ ਜਿਹੜੇ ਸ਼ੌਨ ਡਫੀ ਨੇ ਗੱਲਬਾਤ ਕੀਤੀ ਸੀ, ਐਕਸੀਡੈਂਟ ਇਹ ਹਾਈਲਾਈਟ ਕੀਤੇ ਸੀ। On March 14th in Texas, a truck driver failed to brake and crashed into a long line of traffic. On May 6th in Alabama, a driver with less than 6 weeks of experience slammed his tractor and trailer into 4 vehicles stopped at a red light. And my third example, this of course was the fatal car crash in Florida earlier this summer, and many in the media had reported on that. On August 12th, a driver who had attempted an unauthorized U-turn on the Florida Turnpike caused this crash. ਤਾਂ ਪਲੀਜ਼ ਪਰਮਾਤਮਾ ਤੁਹਾਨੂੰ ਐਕਸੀਡੈਂਟਾਂ ਤੋਂ ਬਚਾ ਕੇ ਰੱਖੇ। ਚੜ੍ਹਦੀ ਕਲਾ ਚਲੋ ਸ਼ੇਰੋ। ਤੇ ਟਰੱਕਿੰਗ ਵਾਲਿਆਂ ਨੂੰ ਸਲੂਟ ਆ। ਕੈਨੇਡਾ, ਅਮਰੀਕਾ, ਮੈਕਸੀਕੋ, ਤਿੰਨੋਂ ਮੁਲਕਾਂ ਦੀ ਇਕੋਨਮੀ, ਰਾਸ਼ਨ, ਸਾਰਾ ਕੁਝ ਟਰੱਕ ਡਰਾਈਵਰਾਂ ਦੇ ਸਿਰ ਤੇ ਚੱਲਦਾ। ਸੋ ਧੰਨਵਾਦ ਬਾਈ ਤੁਹਾਡਾ ਸਾਰਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ।